ਮੈਂ ਨਾ ਇੱਕ ਗੀਤ ਸੁਣ ਰਿਹਾ ਸੀ, ਉਹਦੀਆਂ ਜਿਹੜੀਆਂ ਲਾਈਨਸ ਨੇ ਉਹ ਅੱਜ ਦੇ ਮੌਕੇ 'ਤੇ ਬੜੀ ਟੁਕਦੀਆਂ ਨੇ कि हम मेहनत कश इस दुनिया से जब अपना हिस्सा मांगेंगे, एक बाग नहीं एक खेत नहीं हम सारी दुनिया मांगेंगे। तो ਅੱਜ ਦੀ ਜੋ ਸਾਡੇ ਲਾਇਨ ਆਫ ਪੰਜਾਬ ਨੇ ਉਹਨਾਂ ਦੀ ਸ਼ਖਸੀਅਤ ਨਾਲ ਇਹ ਜੋ ਲਾਈਨਸ ਨੇ ਕਾਫੀਆਂ ਮੇਲ ਖਾਂਦੀਆਂ ਨੇ। ਤੇ ਸਾਡੇ ਨਾਲ ਭੁਪਿੰਦਰ ਸਿੰਘ ਜੀ ਨੇ। ਭੁਪਿੰਦਰ ਜੀ, ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਫॉर इनवाइटिंग मी हियर। ਅੱਛਾ ਭੁਪਿੰਦਰ ਜੀ, ਪਹਿਲੇ ਤਾਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗਾ ਕਿ ਸ਼ੁਰੂ ਤੋਂ ਸ਼ੁਰੂ ਕਰੀਏ। ਹਾਂ, ਸ਼ੁਰੂ ਤੋਂ ਹੀ ਕਰਨਾ। ਤੇ ਸ਼ੁਰੂਆਤ ਜਿਹੜੀ ਹੈ, ਜੇ ਤੁਸੀਂ ਪਿੱਛੇ ਝਾਤ ਪਾਉਂਦੇ ਹੋ ਤੇ ਸ਼ੁਰੂਆਤ ਕਿੱਥੋਂ ਹੋਈ? ਸ਼ੁਰੂਆਤ ਦੇਖੋ ਜੀ, ਮੈਂ ਦਿੱਲੀ 'ਚ ਆਪਣੀ ਪੈਦਾਇਸ਼ ਹੋਈ, ਦਿੱਲੀ 'ਚ ਬੜੇ ਬੜੇ ਹਾਲਾਂਕਿ ਬਿਲੋਂਗ ਪਟਿਆਲੇ ਨੂੰ ਕਰਦੇ ਹਾਂ, ਬਟ ਫਾਦਰ ਸਾਹਿਬ ਤੇ ਮਦਰ ਸ਼ਿਫਟ ਕਰ ਗਏ ਸੀ ਦਿੱਲੀ, ਤੇ ਸਾਡੀ ਸਾਰੀ ਐਜੂਕੇਸ਼ਨ ਵਗੈਰਾ ਦਿੱਲੀ ਹੀ ਹੋਈ। ਤੇ ਫਿਰ ਦਿੱਲੀ 'ਚ ਕੰਮਕਾਜ ਵੀ ਸ਼ੁਰੂ ਕੀਤਾ ਆਫਟਰ ਗ੍ਰੈਜੂਏਸ਼ਨ ਐਂਡ ਆਪਣੀ ਚਾਰਟਰਡ ਅਕਾਊਂਟੈਂਸੀ ਕਰਕੇ ਥੋੜ੍ਹਾ ਕੰਮਕਾਰ ਵੀ ਦਿੱਲੀ ਸ਼ੁਰੂ ਕੀਤਾ। ਫਿਰ ਹਮੇਸ਼ਾ ਇੱਕ ਲਲਕ ਸੀ ਕਿ ਵਿਦੇਸ਼ ਜਾਣਾ ਹੁੰਦਾ ਨਾ ਪੰਜਾਬੀਆਂ 'ਚ, ਕੈਨੇਡਾ ਜਾਣਾ ਕਾਇੰਡ ਆਫ ਅੱਜ ਵੀ ਹੈ। ਤਾਂ ਇੱਕ ਲਲਕ ਸੀ ਕਿ ਅਸੀਂ ਵੀ ਬਾਹਰ ਜਾਈਏ, ਕੋਈ ਮਿਹਨਤ ਕਰਕੇ ਉਹਦਾ ਫਲ ਹਾਸਲ ਕਰੀਏ। ਫਿਰ ਦੈਨ ਲੱਕ ਵੁੱਡ ਹੈਵ ਇਟ, ਇੱਕ ਅਪਰਚੁਨਿਟੀ ਆ ਗਈ ਜਿਹਦੇ 'ਚ ਦੁਬਈ ਕਾਲਡ ਅਸ ਐਂਡ ਆਈ ਮੂਵ ਟੂ ਦੁਬਈ। ਬਟ ਇਨ ਬਿਟਵੀਨ ਕਾਫੀ ਪੈਦਾਸ਼ ਤੋਂ ਪੜ੍ਹਨ ਤੱਕ ਤੇ ਫਿਰ ਉਸ ਤੋਂ ਬਾਅਦ ਦਿੱਲੀ 'ਚ ਹੀ ਕੰਮ ਕਰਨ ਤੱਕ ਇੱਕ ਕਾਫੀ ਵੇਵਰਾ ਹੈਗਾ ਜਿਹੜਾ ਅਸੀਂ ਉਹਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਦਾ ਦੌਰ ਸੀ ਕਿ ਮਤਲਬ ਜੇ ਬਚਪਨ ਦੀ ਗੱਲ ਕਰਾਂ ਤੇ ਇੱਕ ਬੜਾ ਆਰਾਮਦਾਇਕ ਬਚਪਨ ਰਿਹਾ ਜਾਂ ਉਤਾਰ ਚੜਾਵ ਜਿਹੜੇ ਉਹ ਆਉਂਦੇ ਰਹੇ? ਨਹੀਂ, ਬਚਪਨ ਵਿੱਚ ਐਸਾ ਕੋਈ ਮਸਲਾ ਨਹੀਂ ਸੀ। ਬਚਪਨ ਵਾਸ ਵੈਰੀ ਪਲੇਜ਼ੈਂਟ, ਜਿਸ ਤਰ੍ਹਾਂ ਹੁੰਦਾ ਹੈ ਬੱਚਿਆਂ ਦਾ ਹੋਣਾ ਚਾਹੀਦਾ। ਕੋਈ ਐਸੀ ਕੋਈ ਦਿੱਕਤ ਪੇਸ਼ੀ ਨਹੀਂ ਸੀ ਪੇਰੈਂਟਸ ਵੱਲੋਂ ਵੀ, ਬਿਕਾਜ਼ ਪੇਰੈਂਟਸ ਵੱਲੋਂ ਸਮਾਲ ਬਿਜ਼ਨਸ ਪੀਪਲ ਤੇ ਕੋਈ ਐਸੀ ਇਸ਼ੂ ਨਹੀਂ ਸੀ। ਬਟ ਹੈਵਿੰਗ ਸੈਡ ਦੈਟ ਆਪਣਾ ਮੁਕੱਦਰ ਖੁਦ ਬਣਾਉਣਾ ਸੀ ਤੇ ਨਾਲੇ ਮਿਹਨਤ ਕਰਕੇ ਅੱਗੇ ਪਹੁੰਚ ਸਕਦੇ ਸੀਗੇ। ਫਾਦਰ ਸਾਹਿਬ ਦਾ ਜਿਹੜਾ ਬਿਜ਼ਨਸ ਸੀਗਾ ਉਹਨੂੰ ਇਨਹੈਰਿਟ ਕਰਨ ਦਾ ਕਦੀ ਸੋਚਿਆ ਵੀ ਨਹੀਂ ਕਿ ਉਹਨੂੰ ਇਨਹੈਰਿਟ ਕਰਕੇ ਉਹਨੂੰ ਹੀ ਅੱਗੇ ਕਰੀਏ। ਐਜੂਕੇਸ਼ਨ ਵਾਸ ਦਾ ਪ੍ਰਾਈਮ ਏਮ ਕਿ ਪੜ੍ਹ ਲਿਖ ਕੇ ਪਹਿਲੇ ਦਿੱਲੀ ਹੀ ਕੰਮ ਕਰੀਏ, ਇੰਡੀਆ 'ਚ ਹੀ ਕੰਮ ਕਰੀਏ। ਫਿਰ ਸੀਗਾ ਕਿ ਚਲੋ ਹੁਣ ਇੱਕ ਓਪਰਚੁਨਿਟੀ ਮਿਲੇ ਕਿਧਰੇ ਬਾਹਰ। ਠੀਕ ਹੈ, ਕੈਨੇਡਾ ਕਾਫੀ ਵਾਰੀ ਦਿਮਾਗ 'ਚ ਆਇਆ, ਗੱਲ ਬਣੀ ਨਹੀਂ। ਫਿਰ ਦੁਬਈ ਆ ਗਏ। ਬਟ ਹਮੇਸ਼ਾ ਇਹ ਰਿਹਾ ਕਿ ਜ਼ਿੰਦਗੀ ਨੂੰ ਆਸਾਨ ਬਣਾਇਆ, ਮਿਹਨਤ ਕਰਕੇ ਆਸਾਨ ਬਣਾਇਆ, ਉਹਨੂੰ ਕਦੀ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ। ਜਿਵੇਂ ਤੁਸੀਂ ਕਿਹਾ ਕਿ ਸੀਏ ਤੁਸੀਂ ਆਪਣੀ ਕੰਪਲੀਟ ਕੀਤੀ, ਉਸ ਤੋਂ ਬਾਅਦ ਉੱਥੇ ਤੁਸੀਂ ਇੰਡੀਆ ਦੇ ਵਿੱਚ ਜੌਬ ਕਰਨ ਦਾ ਸੋਚਿਆ ਜਾਂ ਉੱਥੇ ਕੋਈ ਬਿਜ਼ਨਸ ਇਸਟੈਬਲਿਸ਼ ਕਰਨ ਦਾ, ਕਿ ਸਿੱਧਾ ਇੱਥੇ ਤੁਸੀਂ ਦੁਬਈ ਹੈ? ਨਹੀਂ, ਪਹਿਲੇ ਉੱਥੇ ਮਿਹਨਤ ਕੀਤੀ, ਉੱਥੇ ਜੌਬ ਕੀਤਾ। ਮੈਂ ਮੈਰੀਡਨ ਹੋਟਲ ਹੀ ਕੰਮ ਕੀਤਾ ਪਹਿਲੇ ਇਨ ਫਾਈਨੈਂਸ ਡਿਪਾਰਟਮੈਂਟ, ਤੇ ਫਿਰ ਇੱਕ ਐਕਸਪੋਰਟ ਆਊਟ ਸੀਗਾ, 4-5 ਸਾਲ ਉੱਥੇ ਵੀ ਲਾਏ। ਫਿਰ ਫਾਈਨਲੀ ਇੱਕ ਓਪਰਚੁਨਿਟੀ ਕਲਿੱਕ ਕੀਤੀ ਦੁਬਈ 'ਚ, ਤੇ ਦੁਬਈ 'ਚ ਰਿਟੇਲ ਇੰਡਸਟਰੀ ਉਸ ਟਾਈਮ ਬੂਮ ਕਰ ਰਹੀ ਸੀ। ਤਾਂ ਆਈ ਥਿੰਕ ਦੈਟ ਵਾਸ ਦ opportunity I grabbed at the right time. And then, sky is the limit. I've been here 25 years now. ਤੇ ਵਾਹਿਗੁਰੂ ਦੀ ਬੜੀ ਮਿਹਰ ਹੈ। ਉਹ ਮੌਲ ਕਲਚਰ ਜਿਸ ਲਈ ਅੱਜ ਦੀ ਹੁਣ ਹਿੰਦੁਸਤਾਨ 'ਚ ਵੀ ਫੈਲ ਗਿਆ, ਪਰ ਦੁਬਈ ਜੋ ਜਿਸ ਲਈ ਜਾਣਿਆ ਜਾਂਦਾ ਹੈ, ਸ਼ੁਰੂਆਤੀ ਕੁਝ ਸਾਡੇ ਨਾਲ ਇੰਸਟੈਂਸਸ ਤੁਸੀਂ ਸ਼ੇਅਰ ਕਰਨਾ ਚਾਹੋਗੇ? ਸ਼ੁਰੂਆਤੀ ਜਦ ਮੈਂ ਦੁਬਈ ਆਇਆ, ਦੁਬਈ 'ਚ ਇਤਨੇ ਜ਼ਿਆਦਾ ਮੌਲ ਨਹੀਂ ਸਨ। very few opportunities were there in the shopping malls. But retail industry was very well welcomed by the audiences. ਹਰ ਬੰਦਾ ਨਾ ਬਾਜ਼ਾਰ ਤੋਂ ਨਿਕਲ ਕੇ ਸ਼ਾਪਿੰਗ ਮਾਲ 'ਚ ਆ ਰਿਹਾ ਸੀ। ਹਰ ਬੰਦੇ ਨੂੰ ਇੱਕ ਇਨਵਾਇਰਮੈਂਟ ਮਿਲ ਰਿਹਾ ਸੀ, ਏਅਰ ਕੰਡੀਸ਼ਨਿੰਗ ਇਨਵਾਇਰਮੈਂਟ ਹੈ, ਸਾਫ ਸੁਥਰਾ ਹੈ, ਕੋਈ ਹੌਕਿੰਗ ਨਹੀਂ ਹੈ, ਕੋਈ ਨਾ ਜੋ ਰਿਟੇਲ 'ਚ ਹੁੰਦਾ ਕੋਈ ਬਾਰਗੇਨਿੰਗ ਨਹੀਂ ਹੈ। ਤੁਸੀਂ ਆਪਾਂ ਇੰਡੀਆ ਜਾਂਦੇ ਹਾਂ ਹਰ ਦੁਕਾਨ 'ਚ ਜਾਓ, ਤੁਸੀਂ ਬਾਜ਼ਾਰ ਦੇ ਦੁਕਾਨ 'ਚ ਉੱਥੇ ਬਾਰਗੇਨਿੰਗ ਹੁੰਦੀ, ਇੱਥੇ ਐਸਾ ਨਹੀਂ ਸੀ। ਬਟ ਬਾਹਰੋਂ ਤੋਂ ਇਸ ਤਰ੍ਹਾਂ ਲੱਗਦਾ ਸੀ ਕਿ ਬੜਾ ਸਿੰਪਲ ਜਿਹਾ ਕੰਮ ਹੈ। when you get into that industry then you get to know ਕਿ how difficult this is, ਕਿ ਇੱਕ ਰੂਫ ਦੇ ਅੰਡਰ ਤੁਸੀਂ 400-500 ਰਿਟੇਲਰ ਨੂੰ ਹਾਊਸ ਕਰਨਾ, ਫਿਰ ਇੱਕ ਡਿਫਰੈਂਟ ਜਿਹਾ ਔਰਾ ਕ੍ਰੀਏਟ ਕਰਨਾ ਜਿਹਦੇ ਡਿਫਰੈਂਟ ਕਿਸਮ ਦੇ ਆਡੀਅੰਸਿਸ ਆਉਣਗੇ, ਉਹਨਾਂ ਨੂੰ ਡਿਫਰੈਂਟ ਕਿਸਮ ਦੀ ਚੀਜ਼ਾਂ ਚਾਹੀਦੀਆਂ ਹੋਣਗੀਆਂ। ਤੇ ਉਸ ਹਿਸਾਬ ਨਾਲ ਇੱਕ ਸ਼ਾਪਿੰਗ ਮਾਲ ਦੀ ਨੀਸ਼ ਬਣਾਉਣੀ ਕਿ ਇਸ ਸ਼ਾਪਿੰਗ ਮਾਲ ਨੂੰ ਕੀ ਕਿਹਾ ਜਾਏਗਾ। ਇਹਨੂੰ ਨੇਬਰਹੁੱਡ ਮਾਲ ਕਿਹਾ ਜਾਏਗਾ, ਇਹਨੂੰ ਸੁਪਰ ਰੀਜਨਲ ਮਾਲ ਕਿਹਾ ਜਾਏਗਾ, ਇਹਨੂੰ ਡੈਸਟੀਨੇਸ਼ਨ ਮਾਲ ਕਿਹਾ ਜਾਏਗਾ, ਕਿਉਂਕਿ ਉਸ ਦੇ ਪੁਆਇੰਟ ਆਫ ਵਿਊ ਨਾਲ ਉਸ ਐਸੈਟ ਦੀ ਵੈਲਿਊ ਵੱਧਦੀ ਹੈ। तो वो बहुत मेहनत लगती है। बाहर तो ऐसा लगता है
ਇਹ ਤਾਂ ਇੱਕ ਛੋਟਾ ਜਿਹਾ ਮਾਲ ਹੈ, ਇਹ ਕਿ ਬਹੁਤ ਵੱਡਾ ਮਾਲ ਹੈ, ਬਟ ਜਿਹੜੀ ਅੰਦਰ ਦੀ ਉਹਦੀ ਮਿਹਨਤ ਜਿਹੜੀ ਹੈ ਉਹ ਇੱਕ ਐਕਸਪਰਟ ਦੇ ਰਾਹੀਂ ਅਗਰ ਤੁਸੀਂ ਦੇਖੋ ਤਾਂ ਉਹ ਇੱਕ ਮੁਸ਼ਕਿਲ ਕੰਮ ਹੈ। ਬਟ ਹੈਵਿੰਗ ਸੈਡ ਦੈਟ 25 ਸਾਲ ਦਾ ਐਕਸਪੀਰੀਅੰਸ ਵਿਦਿਨ ਦੈਟ ਇੰਡਸਟਰੀ, ਸੋ ਦੈਨ ਐਜ਼ ਆਈ ਸੈਡ ਮਿਹਨਤ ਕਰੋ, ਬਟ ਉਹਨੂੰ ਇਹ ਨਾ ਸੋਚੋ ਕਿ ਹੁਣ ਇਹ ਚੀਜ਼ ਆਪਣੇ ਉੱਤੇ ਹਾਵੀ ਹੋ ਗਈ। ਤਾਂ ਆਈ ਥਿੰਕ ਮਿਹਨਤ ਦਾ ਫਲ ਮਿਲਿਆ, ਕਾਫੀ ਸਰਾਹਿਆ ਗਿਆ, ਕਾਫੀ ਫੋਰਮਾਂ 'ਚ ਮੈਂਬਰਸ਼ਿਪ ਵੀ ਮਿਲੀ, ਕਾਫੀ ਅਵਾਰਡ ਵੀ ਮਿਲੇ। ਤੇ ਆਈ ਥਿੰਕ ਬੀਇੰਗ ਬਲੈਸਡ, chosen onto one industry and remain there। ਤੇ ਆਈ ਥਿੰਕ ਮੇਰਾ ਬਾਕੀ ਸਾਰਿਆਂ ਨੂੰ ਵੀ ਇਹੀ ਸੁਨੇਹਾ ਹੋਏਗਾ ਕਿ ਜੋ ਕੰਮ ਸ਼ੁਰੂ ਕਰੋ ਉਹਦੇ ਨਿਪੁੰਨਤਾ ਹਾਸਲ ਕਰੋ, ਛੱਡੋ ਨਹੀਂ, ਇੱਕ ਛੱਡ ਕੇ ਦੂਜੇ ਵੱਲ ਨਹੀਂ ਭੱਜੋ, ਕੁਇਕ ਚੇਂਜਸ ਅਸੀਂ ਨਹੀਂ ਭੱਜੋ, ਥੋੜ੍ਹਾ ਜਿਹਾ ਆਪਣੇ ਆਪ ਨੂੰ ਸੈਟਲ ਕਰੋ, ਐਕਸਪੀਰੀਅੰਸ ਲਓ, ਕਿਉਂਕਿ ਐਕਸਪੀਰੀਅੰਸ ਇਜ਼ ਮਸਟ। ਅੱਜ ਕੱਲ੍ਹ ਮੈਂ ਦੇਖਣਾ ਲੋਕਾਂ ਨੂੰ, ਲੋਕ ਇਨਫੋਰਮੇਸ਼ਨ ਪਿੱਛੇ ਭੱਜਦੇ ਨੇ। ਇਨਫੋਰਮੇਸ਼ਨ ਇਜ਼ ਇੰਪੋਰਟੈਂਟ, but knowledge is necessity, and execution is the way forward। ਤੇ ਤਿੰਨਾਂ ਚੀਜ਼ਾਂ ਮਿਸ਼ਨ ਜਦੋਂ ਕਰੋਗੇ then only you will be successful। So if Google ਤੋਂ ਇਨਫੋਰਮੇਸ਼ਨ ਲੈ ਲਈ, that won't help you because you have to have knowledge। ਉਸ knowledge ਨੂੰ ਜਿਸ ਤੱਕ ਕਲਟੀਵੇਟ ਨਹੀਂ ਕਰੋਗੇ, ਐਗਜ਼ੀਕਿਊਟ ਨਹੀਂ ਕਰੋਗੇ, ਤਾਂ ਤੱਕ ਤੁਸੀਂ ਐਂਡ ਪ੍ਰੋਡਕਟ ਨਹੀਂ ਦੇ ਸਕਦੇ। ਤੇ ਤਿੰਨਾਂ ਦਾ ਮਿਸ਼ਨ ਕਰੋ ਤੇ and then keep going। ਇਸ ਦੌਰਾਨ ਜਿਵੇਂ ਤੁਸੀਂ ਕਿਹਾ ਕਿ ਇੰਨੇ ਸਾਰੇ ਵੱਖ-ਵੱਖ ਰਿਟੇਲਰਸ, ਉਹਨਾਂ ਨੂੰ ਇੱਕੋ ਛੱਤ ਥੱਲੇ ਉਹਨਾਂ ਦੀ ਬਹੁਤ ਸਾਰੀ ਕੁਐਰੀਜ਼ ਵੀ ਹੋਣਗੀਆਂ, ਹਰ ਕਿਸੇ ਨੂੰ ਉਹਨਾਂ ਦੀ ਡਿਮਾਂਡ ਮੁਤਾਬਕ ਕੇਟਰ ਕਰਨਾ ਉਹ ਕਿੰਨਾ ਕੁ ਮੁਸ਼ਕਿਲ ਸੀ? ਦੇਖੋ, ਇਹ ਹਮੇਸ਼ਾ ਤੋਂ ਰਿਹਾ ਹੈ ਕਿਸੇ ਵੀ ਬਿਜ਼ਨਸ ਵਿੱਚ, ਇੱਕ ਡਿਮਾਂਡ ਸਪਲਾਈ ਦਾ ਜਿਹੜਾ ਬੈਲੈਂਸ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਜਿੱਥੇ ਡਿਮਾਂਡ ਸਪਲਾਈ ਦਾ ਬੈਲੈਂਸ ਟੁੱਟਿਆ, ਉੱਥੇ ਹੀ ਇੱਕ ਨੇ ਦੂਜੇ ਉੱਤੇ ਹਾਵੀ ਹੋ ਜਾਣਾ ਹੈ। ਤੇ ਆਈ ਥਿੰਕ ਰਿਟੇਲ ਦੁਬਈ 'ਚ ਡਿਮਾਂਡ ਸਪਲਾਈ ਦਾ ਜਿਹੜਾ ਬੈਲੈਂਸ ਹੈ, ਬੜਾ ਹੀ ਕੀ ਗੱਲ ਉਹ ਬੜਾ ਹੀ ਅੱਛਾ ਰਿਹਾ, ਜਿਹਦੇ 'ਚ ਦੋਨੋਂ ਇੱਕ ਦੂਜੇ 'ਤੇ ਹਾਵੀ ਨਹੀਂ ਹੋਏ। ਡਿਵੈਲਪਰਸ, ਲੈਂਡਲੋਰਡ ਔਰ ਰਿਟੇਲਰ ਇਹ ਆਪਸ ਵਿੱਚ ਬਿਜ਼ਨਸ ਪਾਰਟਨਰ ਬਣ ਕੇ ਚੱਲੇ, ਇਹ ਨਹੀਂ ਹੋਇਆ ਨੇ ਇੱਕ ਨੇ ਦੂਜੇ ਨੂੰ ਯੂਜ਼ ਕੀਤਾ। ਫਿਰ ਇਸ ਤੋਂ ਬਾਅਦ ਕੀ ਹੁੰਦਾ, ਜੇ ਰਿਟੇਲਰ ਦੀ ਰਿਸਪੋਂਸਿਬਿਲਿਟੀਆਂ ਹੁੰਦੀਆਂ ਨੇ ਕਿ ਦੇ ਸ਼ੋਕੇਸ ਦੇਅਰ ਪ੍ਰੋਡਕਟ, ਐਜ਼ ਏ ਡਿਵੈਲਪਰ ਆਲਸੋ ਉਹਨਾਂ ਦੀ ਰਿਸਪੋਂਸਿਬਿਲਿਟੀਜ਼ ਹੁੰਦੀਆਂ ਨੇ ਕਿ ਇੱਕ ਪਰਟੀਕੂਲਰ ਕੈਟੇਗਰੀ ਨੂੰ ਤੁਸੀਂ ਇਤਨਾ ਸ਼ਾਪਿੰਗ ਮਾਲ ਹੀ ਨਾ ਭਰ ਦਿਓ ਕਿ ਉਹ ਸਫਰ ਕਰਨੀ ਸ਼ੁਰੂ ਕਰ ਦੇ। ਇਸ ਕਰਕੇ ਤੁਸੀਂ ਸ਼ਾਪਿੰਗ ਮਾਲ ਹੀ ਦੇਖੋਗੇ, ਇੰਟਰਟੇਨਮੈਂਟ ਵੀ ਹੋਏਗਾ, F&B ਵੀ ਹੋਏਗਾ, ਐਕਸਪੀਰੀਅੰਸਿਸ ਵੀ ਹੋਣਗੇ, ਫੈਸ਼ਨ ਵੀ ਹੋਏਗਾ, ਹਰ ਚੀਜ਼ ਦਾ ਇੱਕ ਨਾ ਮਿਸ਼ਰਣ ਹੋਏਗਾ। ਤੇ ਆਈ ਥਿੰਕ ਦੋਨੋਂ ਧਿਰਾਂ ਨੂੰ ਇਕੱਠੇ ਲੈ ਕੇ, ਚਾਹੇ ਉਹ ਰਿਟੇਲਰ ਨੇ ਚਾਹੇ ਲੈਂਡਲੋਰਡ ਨੇ, ਇਕੱਠੇ ਲੈ ਕੇ ਇੱਕ ਇੰਡਸਟਰੀ ਚੱਲ ਰਹੀ ਹੈ। ਤੇ ਇਸ ਕਰਕੇ ਇਹਦੇ 'ਚ ਤੁਹਾਨੂੰ ਅੱਛੇ ਰਿਜ਼ਲਟ ਵੀ ਦਿਖ ਰਹੇ ਨੇ। ਕਿਉਂਕਿ ਥੋੜ੍ਹਾ ਜਿਹਾ ਤੁਹਾਡੇ ਤੋਂ ਜਾਣਨਾ ਚਾਹਾਂਗੇ ਸਾਡੇ ਵਿਊਅਰਸ ਲਈ ਵੀ ਕਿ ਉਹ ਕਿਹੜੇ ਮਾਲਸ ਨੇ, ਉਹ ਭਾਵੇਂ ਦੁਬਈ ਦੇ ਹੋਣ, UAE ਦੇ ਹੋਣ, ਜਿਸ ਵਿੱਚ ਤੁਹਾਡਾ ਜਿਹੜਾ ਯੋਗਦਾਨ ਹੈ ਉਹਦੇ ਕਾਰਨ ਉਹ ਅੱਜ ਜਿਹਨੂੰ ਕਹਿੰਦੇ ਹੌਟ ਫੇਵਰੇਟ ਬਣੇ ਹੋਏ ਨੇ। ਪਿਛਲੇ 25 ਸਾਲ ਵਿੱਚ ਮੈਂ 8 ਜਾਂ 10 ਸ਼ਾਪਿੰਗ ਮਾਲ ਹੈਗੇ ਨੇ ਜਿਨ੍ਹਾਂ ਦੇ ਨਾਲ ਮੈਂ ਇਨਵੋਲਵ ਰਿਹਾ। ਮੇਰੀ ਸਟਾਰਟਿੰਗ ਹੋਈ ਡੇਰਾ ਸਿਟੀ ਸੈਂਟਰ ਦੁਬਈ ਤੋਂ, ਫਿਰ ਮੈਂ ਸ਼ਾਰਜਾ ਤੇ ਅਜਮਾਨ ਸਿਟੀ ਸੈਂਟਰ ਵੀ ਦੇਖਿਆ, ਫਿਰ ਮੇਰਾ ਇੱਕ ਸਟਿੰਟ ਸੀਗਾ ਮਸਕਟ ਵਿੱਚ ਆਲਸੋ, ਮਸਕਟ ਸਿਟੀ ਸੈਂਟਰ ਵਿੱਚ ਮੈਂ 4 ਸਾਲ ਰਿਹਾ। ਫਿਰ ਮੈਂ ਵਾਪਿਸ ਆਇਆ, ਦੁਬਈ ਮਾਲ ਨਾਲ ਮੇਰੀ ਐਸੋਸੀਏਸ਼ਨ ਰਹੀ, ਮੈਂ ਦੁਬਈ ਮਾਲ ਵਿੱਚ ਵੀ 3 ਸਾਲ ਕੰਮ ਕੀਤਾ। ਉਸ ਤੋਂ ਬਾਅਦ ਇੱਕ ਮੇਜਰ ਡਿਵੈਲਪਮੈਂਟ ਸੀਗੀ ਮਿਰਾਸ ਹੋਲਡਿੰਗ, ਉਹਦੇ ਮੈਂ ਜੁਆਇਨ ਕੀਤਾ ਤੇ ਉਹਨਾਂ ਦੀ ਸਟ੍ਰਿਪ ਰਿਟੇਲ ਆ ਰਹੀ ਸੀਗੀ ਤੇ ਉਹਨਾਂ ਦੇ ਹੋਰ ਜਿਹੜੇ ਤੁਸੀਂ ਅੱਜ ਦੇਖਦੇ ਹੋ ਮਿਰਾਸ ਇਹ ਇਨ ਦੁਬਈ ਹੈਗਾ, ਜਾਂ ਜੇ ਹੋਰ ਉਹਨਾਂ ਦੇ ਜੋ ਰਿਟੇਲਸ ਹੈਗੀਆਂ ਨੇ ਉਹਦੇ 'ਚ ਮੈਂ ਇਨਵੋਲਵ ਰਿਹਾ। ਫਾਈਨਲੀ ਆਈ ਲੈਂਡਡ ਅਪ ਇਨ ਡਾਲਮਾ ਮਾਲ। ਡਾਲਮਾ ਮਾਲ ਉਸ ਸਮੇਂ ਜਦ ਮੈਂ ਜੁਆਇਨ ਕੀਤਾ ਸੀ, ਇਟ ਵਾਸ ਜਸਟ ਸ਼ੇਪਿੰਗ ਅਪ, so it was for me like I gained experience in the bigger companies and I used that experience into a company which was just starting up. It's a kind of nurturing a baby. Yeah, that's right. So ਉਹਦੇ ਨਾਲ ਕੀ ਹੋਇਆ ਕਿ ਉਹ ਸਾਰਾ ਐਕਸਪੀਰੀਅੰਸ ਇੱਕ ਜਗ੍ਹਾ ਲੈ ਕੇ ਇਕੱਠਾ ਕੀਤਾ ਤੇ ਇਸ ਐਸੈਟ ਨੂੰ ਇੱਕ ਵੈਲਿਊਏਬਲ ਐਸੈਟ ਬਣਾਇਆ ਤੇ ਇੱਕ ਵਰਲਡ ਸਪੈਕਟਰਮ ਤੇ ਉਹਨੂੰ ਪੇਸ਼ ਕੀਤਾ ਤੇ ਅੱਜ ਵਾਹਿਗੁਰੂ ਦੀ ਮਿਹਰ ਨਾਲ ਕਾਫੀ ਅੱਛਾ ਚੱਲ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਜੌਬ ਜਨਰੇਸ਼ਨ ਜਿਹਨੂੰ ਕਹਿੰਦੇ ਉਹਦੇ ਵਿੱਚ ਤੇ ਇੱਕ ਸਟੈਂਡਰਡ ਆਫ ਲਿਵਿੰਗ ਉਸ ਨੂੰ ਵਧਾਉਣ ਵਿੱਚ, ਉਸ ਨੂੰ ਰੇਜ਼ ਕਰਨ ਵਿੱਚ ਇਹ ਕਿਸ ਹੱਦ ਤੱਕ ਸਹਾਈ ਰਹੇ ਨੇ? ਤੇ ਦੇਖੋ, ਐਸ ਫਾਰ ਐਸ ਜੌਬਸ ਆਰ ਕੰਸਰਨ,
it creates a lot of opportunity for all the people who all are working within that, whether it's retailer staff, housekeeping staff हैगा, थोड़ा mall management staff हैगा, security हैगी है, फिर थोड़ी facilities management service हैगी, तो all in all oversize of mall 10,000 job create करता है. And for any economy, creating these many jobs in a very structured format बड़ा helpful रहता for the economy, as well as ਜਿਹੜੇ ਉੱਥੇ ਦੇ EMPLOYEES ਹੁੰਦੇ ਨੇ ਉਹਨਾਂ ਦੀ ਵੀ ਇੱਕ ਅੱਛੀ growth ਹੁੰਦੀ ਹੈ. ਇਹ ਤਾਂ ਰਿਹਾ economic contribution ਕਹਿ ਲਓ ਜਾਂ creation of jobs. As far as getting down to changing from souks, bazaars to shopping mall, ਇਹ ਇੱਕ ਬੜਾ transition ਰਿਹਾ and slowly ਲੋਕਾਂ ਨੇ adopt ਵੀ ਕੀਤਾ ਉਸਨੂੰ, because ਇੱਕ ਤੁਹਾਨੂੰ ਨਾ experience ਮਿਲਦਾ ਹੈ. ਤੁਸੀਂ you go and spend a day. ਉਹਦੇ ਤੁਹਾਡੇ ਬੱਚੇ entertain ਵੀ ਹੁੰਦੇ ਨੇ, ਜਾ ਕੇ ਖਾਣਾ ਵੀ ਖਾ ਸਕਦੇ ਹੋ, ਤੁਸੀਂ ਜਾ ਕੇ ਸ਼ਾਪਿੰਗ ਵੀ ਕਰਦੇ ਹੋ, ਤਾਂ ਐਟਲੀਸਟ ਯੂ ਡੋਂਟ ਰਿਪੈਂਡ ਕਿ ਤੁਸੀਂ ਇੱਕ ਸਟਰੀਟ 'ਤੇ ਗਏ, ਯੂ ਆਰ ਸਵੈਟਿੰਗ ਆਲਸੋ, ਕਰਾਊਡਡ ਹੈ, ਐਸਾ ਸ਼ਾਪਿੰਗ ਮਾਲ ਵਿੱਚ ਉਹਨਾਂ ਚੀਜ਼ਾਂ ਨੂੰ ਬੜਾ ਧਿਆਨ ਰੱਖਿਆ ਗਿਆ. ਤਾਂ ਪਰਟੀਕੂਲਰਲੀ ਅੱਜ ਤੁਸੀਂ ਦੇਖੋ, ਚਾਹੇ ਇੰਡੀਆ ਹੈ, ਚਾਹੇ UAE ਹੈ, ਚਾਹੇ US, ਕੈਨੇਡਾ, UK ਹੈ, ਸ਼ਾਪਿੰਗ ਮਾਲਸ ਆਰ ਗੈਟਿੰਗ ਮੋਰ ਐਂਡ ਮੋਰ ਪੋਪੂਲਰ ਅਤੇ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ. ਇਹ ਨਹੀਂ ਕਿ ਜ਼ਿਆਦਾ ਸ਼ਾਪਿੰਗ ਮਾਲ ਹੋਣ ਨਾਲ ਕੰਪੀਟੀਸ਼ਨ ਹੋਏਗਾ, ਇਹ ਕੰਪਲੀਮੈਂਟ ਕਰਦੇ ਨੇ ਇੱਕ ਦੂਜੇ ਨੂੰ. ਪੈਰਲਲ ਲਾਈਨ ਵੀ ਚੱਲ ਰਹੀ ਹੈ, ਸ਼ਾਪਿੰਗ ਮਾਲ ਦੇ ਨਾਲ ਪੈਰਲਲ ਲਾਈਨ ਚੱਲ ਰਹੀ ਹੈ, ਆਨਲਾਈਨ ਰੀਟੇਲ ਉਹ ਵੀ ਚੱਲ ਰਹੀ ਹੈ. ਲੋਕ ਉਹਦੇ 'ਚ ਵੀ ਇਨਵੋਲਵ ਹੈਗੇ ਨੇ. ਬਟ ਹੈਵਿੰਗ ਸੈਡ ਦੈਟ, ਅਗਰ 2-4 ਪਲੇਟਫਾਰਮ ਹੋਣਗੇ, ਕਸਟਮਰ ਵਿਲ ਗੈਟ ਗੁੱਡ ਰਿਜ਼ਲਟਸ, ਅਤੇ ਇੱਕ ਹੈਲਦੀ ਕੰਪੀਟੀਸ਼ਨ ਵੀ ਰਹੇਗਾ, ਸੋ ਦੈਟ ਐਵਰੀਬਡੀ ਵਿਲ ਬੀ ਔਨ ਦੇਅਰ ਟੋਸ ਆਲ ਦ ਟਾਈਮ. ਤੁਹਾਨੂੰ ਲੱਗਦਾ ਹੈ ਕਿ ਇੱਕ ਤਰ੍ਹਾਂ ਨਾਲ ਮਾਲ ਕਲਚਰ ਜੋ ਹੈ that has become part of culture now? Definitely, when I talk of UAE particularly, ਜਿੱਥੇ 8 ਮਹੀਨੇ ਗਰਮੀ ਹੁੰਦੀ ਹੈ, ਉੱਥੇ people can't think of outdoor. ਉਹਨਾਂ ਨੂੰ ਇੱਕ ਇਨਡੋਰ ਜਗ੍ਹਾ ਚਾਹੀਦੀ ਹੈ ਜਿੱਥੇ ਉਹ ਜਾ ਕੇ ਸੋਸ਼ਲਾਈਜ਼ ਕਰ ਸਕਣ, ਜਿੱਥੇ ਜਾ ਕੇ ਉਹ ਆਪਣੇ ਆਪ ਨੂੰ ਇੰਟਰਟੇਨ ਕਰ ਸਕਣ, ਜਿੱਥੇ ਜਾ ਕੇ ਉਹ ਆਪਣੇ ਇੱਕ ਐਸਾ ਐਕਸਪੀਰੀਅੰਸ ਲੈਣ ਜਿਹਦੇ 'ਚ I think when they go back home, they are happy enough to greet each other rather repent going to somewhere and later on ਕਦੀ ਬੱਚੇ ਖੁਸ਼ ਨਹੀਂ ਨੇ, ਕਦੀ ਤੀਵੀਆਂ ਖੁਸ਼ ਨਹੀਂ ਨੇ, ਤੇ ਤੁਸੀਂ ਇਹੋ ਜਿਹਾ ਕੁਝ ਕੰਮ ਕਰੋ ਜਿਹਦੇ 'ਚ ਸਾਰੇ ਖੁਸ਼ ਹੋ. ਤੋ ਵੈਸੇ ਤਾਂ ਪੂਰੀ ਦੁਨੀਆ ਨੇ ਇਸ ਨਾਲ ਡੀਲ ਕੀਤਾ, ਬਟ ਪਰਸਨਲੀ ਜੇ ਦੇਖਿਆ ਜਾਏ ਜਾਂ ਪ੍ਰੋਫੈਸ਼ਨਲੀ ਵੇਖਿਆ ਜਾਏ, ਹਾਊ ਹੈਵ ਯੂ ਡੈਲਟ ਵਿਦ ਦਿਸ ਕੋਵਿਡ ਸਿਨੈਰੀਓ? ਜਿਸ ਬਿਜ਼ਨਸ ਨੇ ਆਪਣੀ ਸਿੰਕਿੰਗ ਫੰਡ ਸਟ੍ਰੈਟਜੀਜ਼ ਨਹੀਂ ਬਣਾਈਆਂ ਸੀ, ਉਹਨਾਂ ਨੂੰ ਬਹੁਤ ਨੁਕਸਾਨ ਹੋਇਆ. ਰਿਟੇਲ ਨੂੰ ਵੀ ਨੁਕਸਾਨ ਹੋਇਆ ਕਿਉਂਕਿ ਦੁਕਾਨਾਂ ਸਾਰੀਆਂ ਬੰਦ ਹੋ ਗਈਆਂ. ਆਲਮੋਸਟ 2 years ਸ਼ਾਪਿੰਗ ਮਾਲਸ ਓਪਨਿੰਗ, ਸ਼ਾਪਿੰਗ ਮਾਲਸ ਕਲੋਜ਼ਿੰਗ, ਅਤੇ ਇਹ ਚੱਲਦਾ ਰਿਹਾ. ਰਿਟੇਲਰ ਨੂੰ ਵੀ ਨੁਕਸਾਨ ਹੋਇਆ, ਬਟ ਐਜ਼ ਏ ਲੈਂਡਲੋਰਡ ਵੀ ਯੂ ਨੋ ਟੁਕ ਏ ਗ੍ਰੇਟਰ ਸਟੈਂਡ ਬਾਈ ਸਪੋਰਟਿੰਗ ਆਲ ਓਵਰ ਰਿਟੇਲਰਸ. ਇਸ ਪੀਰੀਅਡ ਦੇ ਵਿੱਚ ਜਿੰਨੀ ਵੀ ਹੈਂਡ ਹੋਲਡਿੰਗ ਕਰ ਸਕਦੇ ਸੀ in terms of revenue assistance, in terms of cash flow assistance, ਉਹ ਸਭ ਕੀਤੀ, ਸਾਰੀ ਫਲੈਕਸੀਬਿਲਿਟੀਜ਼ ਉਹਨਾਂ ਨੂੰ ਦਿੱਤੀਆਂ, ਸੋ ਦੈਟ ਜਿਹੜਾ ਸਾਡਾ ਇੱਕ ਬਿਜ਼ਨਸ ਰਿਲੇਸ਼ਨਸ਼ਿਪ ਬਣਿਆ ਪਿਆ ਇਹ ਮੇਨਟੇਨ ਰਹੇ. ਬਿਕੋਜ਼ ਵੀ ਆਰ ਬਿਜ਼ਨਸ ਪਾਰਟਨਰ, ਇੱਕ ਦੂਜੇ ਦਾ ਹੱਥ ਨਹੀਂ ਛੱਡਣਾ, ਅਤੇ ਇੱਕ ਦੂਜੇ ਦਾ ਹੱਥ ਨਹੀਂ ਛੱਡਾਂਗੇ ਤਾਂ ਵੀ ਕੰਟੀਨਿਊ ਡੂਇੰਗ ਦ ਗੁੱਡ ਵਰਕ. ਐਂਡ ਨਾਓ ਸਿੰਸ ਦ ਪੈਂਡੈਮਿਕ ਇਜ਼ ਬਿਕਮਿੰਗ ਐਂਡੈਮਿਕ, we are seeing that everybody is happy faces around. And having said that, ਸ਼ਾਇਦ ਉਹੀ ਸਟ੍ਰੈਟਜੀ ਸੀਗੀਆਂ ਸਾਡੀਆਂ. ਸਾਡਾ ਅੱਜ ਮਾਲ 97% ਲੀਜ਼ ਦਾ, ਇਟ ਇਜ਼ 1.6 million square feet of a mall, 450 ਦੁਕਾਨਾਂ ਨੇ, all the brands are available, value to mid market. So I think all in all we are blessed to have continued our journey and saved ourselves. ਅੱਛਾ ਸਰ, ਜੇ ਪਰਸਨਲ ਨੋਟ 'ਤੇ ਗੱਲ ਕੀਤੀ ਜਾਏ, ਬਹੁਤ ਸਾਰੇ ਅਜਿਹੇ ਪੰਜਾਬੀ ਜਾਂ ਮੈਂ ਕਹਾਂਗਾ ਦੇਸ਼ ਤੋਂ ਬੜੇ ਸਾਰੇ ਅਜਿਹੇ ਨੌਜਵਾਨ ਨੇ, ਔਰ ਤੁਹਾਨੂੰ ਵੇਖ ਵੀ ਰਹੇ ਹੋਣਗੇ, ਇੰਸਪਾਇਰ ਵੀ ਹੋ ਰਹੇ ਹੋਣਗੇ, ਅਤੇ ਉਹਨਾਂ ਨੂੰ ਜੇ ਤੁਸੀਂ ਦੱਸਣਾ ਚਾਹੋ ਕਿ ਜ਼ਿੰਦਗੀ ਜਿਹੜੀ ਹੈ ਉਹ ਇਸ ਮੁਕਾਮ ਤੱਕ ਕਿ ਇਮਾਨਦਾਰੀ ਨਾਲ, ਸੱਚੀ ਨੀਅਤ ਨਾਲ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਹਰ ਕੁਝ ਇੰਸਟੈਂਟ ਹੋਣਾ ਚਾਹੀਦਾ, ਛੇਤੀ ਹੋ ਜਾਏ, ਬਸ ਸਕਸੈਸ ਵੀ ਛੇਤੀ ਮਿਲ ਜਾਏ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਤੇ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਇੱਕੋ ਹੀ ਅਪਰੋਚ ਰੱਖਣ, ਵਿਚ ਇਜ਼ ਕਾਲਡ ਫੋਕਸਡ ਅਪਰੋਚ. ਜੋ ਵੀ ਕਰੋ ਲਗਨ ਨਾ ਕਰੋ, ਮਿਹਨਤ ਨਾ ਕਰੋ, ਡੋਂਟ ਗੋ ਫॉर क्विक रिवॉर्ड्स.
when you go for quick rewards, sometimes you will be successful, but majority of the time you will be repenting what you are doing. But having said that, world ਜਿਹੜਾ ਬੜੇ ਚੇਂਜ ਹੋ ਰਿਹਾ ਹੈ, ਬੜਾ ਫਾਸਟ ਚੇਂਜ ਹੋ ਰਿਹਾ ਹੈ, ਤੇ ਤੁਸੀਂ ਉਹਦੇ ਨਾਲ ਪੇਸ ਨਾਲ ਵੀ ਚੱਲਣਾ ਹੈ। ਇਹ ਨਹੀਂ ਕਿ ਆਪਣਾ ਸਲੋ ਐਂਡ ਸਟੱਡੀ ਲਗੇ ਰਹਿਣਾ ਹੈ, तो you have to balance it out। तो एक चीज़ पीछे नहीं भजना है। आई वुड से मेहनत करो, वर्क हार्ड बट स्मार्टली। स्मार्ट होना बहुत जरूरी है लाइफ में। हार्ड वर्क बहुत दुनिया कर दी, अगर उसको स्मार्टली करोगे तो यू विल सक्सीड एंड देन स्काई इज द लिमिट। ਜੇ ਹੁਣ CSR ਐਕਟੀਵਿਟੀਜ਼ ਦੀ ਗੱਲ ਕੀਤੀ ਜਾਏ, ਉਸ ਮੁਤਲਕ ਵੀ ਤੁਹਾਡੇ ਵੱਲੋਂ ਕੁਝ ਇਨੀਸ਼ੀਏਟਿਵਸ ਜਿਹੜੇ ਲਿੱਤੇ ਜਾਂਦੇ ਨੇ? नहीं, काफ़ी टाइम टू टाइम ले जाते हैं, चाहे वो ह्यूमैनिटेरियन ग्राउंड्स ते होन, चाहे पीपल ऑफ डिटर्मिनेशन वास्ते होन, तो काफ़ी CSR एज मॉल भी करते हैं, काफ़ी चीज़ फिलंथ्रफी पर्सनली भी इन्वॉल्व होने हैं। बट आई डोंट वांट टू नेम ऑल दिस बिकॉज मैं उन्होंने अपने तक ही रखना चाहना कि जो करिए अंदर ही रखिए, दिखावा करने की लोड़ नहीं। बट वाहिगुरू की मेहर रही है, काफ़ी CSR जी इन्वॉल्व रहे हैं, तो ਅੱਗੇ ਵੀ ਰਵਾਂਗੇ। ਪਰਿਵਾਰ ਦੇ ਹਵਾਲੇ ਨਾਲ ਗੱਲ ਕੀਤੀ ਜਾਏ, ਅੱਜ ਫੈਮਿਲੀ ਦੇ ਵਿੱਚ ਕੌਣ ਹੈ, ਉਹਨਾਂ ਦਾ ਵੀ ਥੋੜਾ ਜਿਹਾ ਵੇਰਵਾ ਚਾਹਾਂਗੇ। See, family my wife is here with me. She's housemaker. I think she has been the pillar of strength for everyone. ਅਗਰ ਉਹ ਨਾ ਹੁੰਦੀ ਤਾਂ ਮੈਂ ਇਸ ਮਕਾਮ ਤੇ ਨਹੀਂ ਪਹੁੰਚ ਪਾਉਂਦਾ। ਉਹਨੇ ਪੂਰਾ ਘਰ ਸੰਭਿਆ, ਬੱਚਿਆਂ ਨੂੰ ਸੰਭਿਆ। ਅੱਜ ਬੱਚੇ ਨੇ, ਮੇਰੀ ਡਾਟਰ ਹੈਗੀ ਹੈ, ਚਾਰਟਰਡ ਅਕਾਊਂਟੈਂਟ ਹੈ, ਇੰਡੀਆ ਤੋਂ CA ਕੀਤੀ ਉਸਨੇ, ਉਹਨੇ UK ਤੋਂ ਵੀ CA ਕੀਤੀ। ਇੱਥੇ ਹੀ ਬਿਗ 4 ਆਰਗੇਨਾਈਜੇਸ਼ਨ ਹੈਗਾ ਡਿਲੋਇਟਸ ਕਰਕੇ, ਉਹਦੇ 'ਚ ਕੰਮ ਕਰਦੀ ਹੈ। ਅਤੇ ਬੇਟਾ ਹੈਗਾ, ਬੇਟਾ UK 'ਚ ਪੜ੍ਹਦਾ ਹੈ, ਵਨ ਆਫ ਦਾ ਬੈਸਟ ਯੂਨੀਵਰਸਿਟੀ। ਦੋਨੋਂ ਬੱਚੇ ਫਾਈਨੈਂਸ ਸਟਰੀਮ ਵਿੱਚ ਹੀ ਰਹੇ, ਦੇ ਵਾਂਟਡ ਟੂ ਫੋਲੋ देयर फादर्स फुटस्टेप। ਵਾਈਫ ਇਜ਼ ਆਲਵੇਜ਼ ਪਿਲਰ ਆਫ ਸਟਰੈਂਥ, ਨਾਲ ਹੀ ਖੜੀ ਹੈ। ਫਾਦਰ ਸਾਹਿਬ ਦੀ ਤਾਂ ਡੈਥ ਹੋ ਗਈ ਸੀ 13 ਸਾਲ ਪਹਿਲੇ। ਮਦਰ ਕਦੀ ਇੱਥੇ ਨਾਲ ਰਹਿੰਦੇ ਨੇ ਦੁਬਈ, ਕਦੀ ਇੰਡੀਆ ਰਹਿੰਦੇ ਨੇ। ਅਤੇ ਮਦਰ ਬੇਸਿਕਲੀ ਸਵਿਚ ਬਿਟਵੀਨ ਵੀ 2 ਬ੍ਰਦਰਸ, ਕਦੀ UK ਜਾਂਦੇ ਨੇ, ਮੇਰੇ ਵੱਡੇ ਭਾਈ ਸਾਹਿਬ UK ਰਹਿੰਦੇ ਨੇ, ਅਤੇ ਕਦੀ ਉੱਥੇ ਰਹਿੰਦੇ ਨੇ, ਕਦੀ ਦੁਬਈ ਰਹਿੰਦੇ ਨੇ। ਬਟ ਆਈ ਥਿੰਕ ਸ਼ੀ ਲਵਸ ਦ ਮੋਸਟ ਇੰਡੀਆ। ਉਹ ਇੰਡੀਆ ਰਹਿਣਾ ਬਹੁਤ ਪਸੰਦ ਕਰਦੇ ਨੇ। ਜੇ ਮੈਂ ਅਕਾਊਂਟਸ ਦੀ ਭਾਸ਼ਾ, ਫਾਈਨੈਂਸ ਦੀ ਭਾਸ਼ਾ 'ਚ ਕਹਾਂ, ਉਹਦੇ 'ਚ ਆਉਂਦਾ ਡੈਬਿਟ ਵਾਟ ਕਮਸ ਇਨ ਐਂਡ ਕ੍ਰੈਡਿਟ ਵਾਟ ਗੋਜ਼ ਆਊਟ। ਅਤੇ ਜ਼ਿੰਦਗੀ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਸ ਨੂੰ ਡੈਬਿਟ ਕੀਤਾ ਅਤੇ ਕਿਹੜੀਆਂ ਚੀਜ਼ਾਂ ਜਿਸ ਨੂੰ ਕ੍ਰੈਡਿਟ ਕਰ ਦਿੱਤਾ? ਸੀ ਬੇਸਿਕਲੀ ਜ਼ਿੰਦਗੀ ਸਭ ਨਾਲ ਪਹਿਲੇ ਫੈਮਿਲੀ ਨੂੰ ਨਾਲ ਰੱਖਿਆ ਕਿ ਉਹਨਾਂ ਦੀ ਜਿਹੜੀ ਇੱਕ ਸਾਂਝ ਹੈ ਉਹ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਫੈਮਿਲੀ ਵੱਲੋਂ ਖੁਸ਼ ਨਹੀਂ ਤਾਂ ਫਿਰ ਕੁਝ ਨਹੀਂ ਕਰ ਸਕਦੇ। ਅਤੇ ਫੈਮਿਲੀ ਦਾ ਇਕੱਠ ਉਹ ਸਿਰਫ ਭੈਣ ਭਰਾਵਾਂ ਤਾਂ ਨਹੀਂ, ਉਹ ਤੁਸੀਂ ਆਪਣੇ ਨੀਅਰ ਡੀਅਰਸ, ਫਰੈਂਡਸ, ਬਰਾਦਰੀ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਔਰ ਕਦੀ ਮਦਦ ਕਰ ਸਕੋ ਤਾਂ ਪਹਿਲੇ ਘਰ ਤੋਂ ਸ਼ੁਰੂ ਕਰੋ। ਪਹਿਲੇ ਭੈਣ ਭਰਾ ਦੀ ਕਰੋ, ਫਿਰ ਰਿਸ਼ਤੇਦਾਰਾਂ ਦੀ ਕਰੋ, ਫਿਰ ਦੋਸਤਾਂ ਦੀ ਕਰੋ। ਉੱਥੋਂ ਦੀ ਤੁਸੀਂ ਜਿਹੜਾ ਹੈ ਨਾ ਇਹ ਮਦਦ ਦਾ ਸਿਲਸਿਲਾ ਸ਼ੁਰੂ ਕਰ ਸਕਦੇ ਹੋ। ਆਈ ਥਿੰਕ ਬੀਇੰਗ ਬਲੈਸਡ ਕਿ ਅੱਛੇ ਦੋਸਤ ਮਿਲੇ, ਅੱਛੀ ਫੈਮਿਲੀ ਮਿਲੀ, ਅੱਛੀ ਐਜੂਕੇਸ਼ਨ ਮਿਲੀ। ਐਂਡ ਲੱਕ ਵੁੱਡ ਹੈਵ ਇਟ ਕਿ ਇੰਨੇ 25 ਸਾਲ ਦਾ ਜਿਹੜਾ ਕੰਮ ਸੀਗਾ UAE 'ਚ ਅੱਛੀ ਕੰਪਨੀਆਂ 'ਚ ਕੀਤਾ। ਮਾਜਲ ਫਤੀਮ ਤੋਂ ਲੈ ਕੇ ਇਮਾਰ, ਮਿਰਾਸ ਅਤੇ ਹੁਣ ਡਿਵੈਲਪਰਸ ਵਿੱਚ ਡਲਮਾ ਮਾਲ, ਅਤੇ ਕਾਰਪੋਰੇਟ ਘਰਾਣੇ ਬਹੁਤ ਅੱਛੇ ਮਿਲੇ ਜਿਨ੍ਹਾਂ ਨਾਲ ਇੱਕ ਗਰੋਥ ਆਸਪੈਕਟ ਵੀ ਰਿਹਾ ਅਤੇ ਇੱਕ ਇੰਟਰਸਟ ਵੀ ਬਣਿਆ ਰਿਹਾ। ਕਿਉਂਕਿ ਫॉर एवरी ग्रोथ यू नीड एन इंटरेस्ट ऑल्सो। तो चाहे वो फाइनेंशियली सीगा, कमर्शली सीगा, नॉलेज वाइज सीगा, लॉयल्टी वाइज सीगा, या वो सारा ਬਣਿਆ ਰਿਹਾ। ਅਤੇ ਬਸ ਉਸਨੂੰ ਖੁਸ਼ੀ ਅਡਾਪਟ ਕੀਤਾ ਅਤੇ ਮਿਹਨਤ ਕਰਦੇ ਚੱਲੇ। ਹਮੇਸ਼ਾ ਇੱਕ ਸਮਾਈਲਿੰਗ ਫੇਸ ਰੱਖਿਆ ਤਾਂ ਕਿ ਜੇ ਕੋਈ ਮੁਸੀਬਤ ਆਵੇ ਵੀ ਤਾਂ ਉਹ ਅੰਦਰ ਹੀ ਟੁਕੀ ਰਹੇ, ਉਹ ਜਗ ਜਾਹਿਰ ਨਾ ਹੋਏ, ਤਾਂ ਉਹਨੂੰ ਟੈਕਲ ਕੀਤਾ। ਅਤੇ ਆਈ ਵਿਲ ਸੇ ਕਿ ਜਸਟ ਕੀਪ ਅ ਪੋਜ਼ੀਟਿਵ ਅਪਰੋਚ, ਨੈਗੇਟਿਵਿਟੀ ਨੂੰ ਜਸਟ ਕੀਪ ਅਸਾਈਡ। ਠੀਕ ਹੈ, ਜੋ ਨੈਗੇਟਿਵ ਚੀਜ਼ ਹੈਗੀਆਂ ਉਹਨਾਂ ਨੂੰ ਐਵੈਲੂਏਟ ਕਰਦੇ ਰਹੋ, ਬਟ ਡੋਂਟ ਲੈਟ ਦੈਮ ਟੇਕ ਓਵਰ ਯੂ। ਬਿਲਕੁਲ ਸਰ, ਤੁਹਾਡੀ ਗੱਲਾਂ ਤੋਂ ਮੈਨੂੰ ਡਾਕਟਰ ਹਰਿਵੰਸ਼ ਰਾਏ ਬੱਚਨ ਦੀ ਉਹ ਯਾਦ ਆ ਗਈ ਕਵਿਤਾ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਰਾਹ ਪਕੜ ਤੂੰ ਏਕ ਚਲਾ ਚਲ ਪਾ ਜਾਏਗਾ ਮਧੂਸ਼ਾਲਾ। ਅਤੇ ਇੱਥੇ ਮਧੂਸ਼ਾਲਾ ਜੋ ਹੈ ਉਹ ਸਕਸੈਸ ਹੈ, ਉਹ ਮੁਕਾਮ ਹੈ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ, 1 ਸਟੈਪ ਐਟ ਅ ਟਾਈਮ। ਜਿਵੇਂ ਸਾਡੇ ਲਾਇਨ ਆਫ ਪੰਜਾਬ ਭੁਪਿੰਦਰ ਸਿੰਘ ਜੀ ਨੇ ਕਿਹਾ
ਉਹ ਇੱਕ ਸਟੈਪ ਤੁਸੀਂ ਲਓਗੇ ਪਰ ਪੁਖਤਾ ਤਰੀਕੇ ਨਾਲ ਲਓਗੇ ਤੇ ਮੰਜ਼ਿਲ ਜ਼ਰੂਰ ਮਿਲੇਗੀ। ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਥੈਂਕ ਯੂ ਵੈਰੀ ਮਚ। ਥੈਂਕ ਯੂ।